ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਮੈਂ ਹਾਂ ਇਸ਼ੂ ਤੇ ਸਾਡੇ ਨਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਖਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਝਾਤ ਪਾਉਣ ਦੇ ਲਈ ਅਖਬਾਰਾਂ ਦੇ ਉਹਨਾਂ ਚਲੰਤ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਬਤੌਰ ਮਾਹਰ ਮਹਿਮਾਨ ਅੱਜ ਮੌਜੂਦ ਨੇ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਜੀ। ਆਓ ਕਰਦੇ ਹਾਂ ਉਹਨਾਂ ਦਾ ਸਵਾਗਤ। ਰਾਕੇਸ਼ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਧੰਨਵਾਦ ਰਾਕੇਸ਼ ਜੀ, ਆਪਾਂ ਹੁਣ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ। ਅਹਿਮ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਪਹਿਲਾ ਨੰਬਰ ਜਿਹੜਾ ਹੈ ਉਹ ਆਉਂਦਾ ਹੈ ਖਬਰ ਕੱਲ੍ਹ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਈ ਹੈ ਦਿੱਲੀ ਸਰਕਾਰ ਦੇ ਨਾਲ, ਮਾਫ ਕਰਨਾ ਜੀ, ਕੇਂਦਰ ਸਰਕਾਰ ਦੇ ਨਾਲ ਕੱਲ੍ਹ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਹ ਬੇਨਤੀਜਾ ਨਿਕਲੀ ਹੈ। ਉਸ ਵਿੱਚ ਕੋਈ ਨਤੀਜਾ ਨਹੀਂ ਨਿਕਲ ਸਕਿਆ, ਕੋਈ ਸਿੱਟੇ ਤੇ ਨਹੀਂ ਪਹੁੰਚ ਸਕੀਆਂ ਦੋਨੇ ਜਥੇਬੰਦੀਆਂ, ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ। ਤੇ ਹੁਣ ਕੇਂਦਰ ਸਰਕਾਰ ਇਹ ਕਹਿੰਦੀ ਹੈ ਕਿ 3 ਦਸੰਬਰ ਨੂੰ ਦੁਬਾਰਾ ਤੋਂ ਇੱਕ ਮੀਟਿੰਗ ਕੀਤੀ ਜਾਏਗੀ ਜਿਸ ਵਿੱਚ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਚਰਚਾ ਹੋਏਗੀ। ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ ਇਹ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਕਿਸਾਨਾਂ ਦੇ ਵਿੱਚ ਔਰ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਜਿਹੜੀ ਕੱਲ ਮੀਟਿੰਗ ਹੋਈ ਹੈ, ਸਭ ਤੋਂ ਪਹਿਲਾਂ ਤਾਂ ਇਹ ਸਾਰੀ ਐਜੀਟੇਸ਼ਨ ਦਾ ਨਾ ਇੱਕ ਸੁਖਾਵਾਂ ਜਿਹੜਾ ਪਹਿਲੂ ਅਸੀਂ ਇਹ ਕਹਿ ਸਕਦੇ ਕਿ ਜਿਹੜਾ ਹੁਣ ਤੱਕ ਦਾ ਡੈਡਲੌਕ ਸੀ ਜੀ ਉਹ ਟੁੱਟਣ ਵੱਲ ਵੱਧ ਰਿਹਾ, ਕਿਉਂਕਿ ਕਿਸਾਨਾਂ ਦੀ ਇਹ ਸੈਕਟਰੀ ਲੈਵਲ ਦੀ ਮੀਟਿੰਗ ਤੋਂ ਬਾਅਦ ਸ਼ਾਇਦ ਦੂਸਰੀ ਮੀਟਿੰਗ ਹੈ। ਚਾਹੇ ਹਲੇ ਕਿ ਐਸਾ ਲੱਗਦਾ ਕਿ ਕੋਈ ਸਿੱਟਾ ਨਹੀਂ ਨਿਕਲਿਆ, ਪਰ ਇਹ ਹੈ ਕਿ ਇੱਕ ਗੱਲ ਤੁਰੀ ਹੈ ਅੱਗੇ ਵੱਲ ਨੂੰ ਜੀ। ਤਾਂ ਕੱਲ ਦੀ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਲੇ ਸਿੱਟਾ ਨਹੀਂ ਨਿਕਲਿਆ, ਐਕਚੁਅਲੀ ਸਿੱਟਾ ਕੱਢਣ ਵੱਲ ਜਿਹੜਾ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਰਿਆ ਗਿਆ, ਸ਼ੁਰੂਆਤ ਕੀਤੀ ਗਈ ਹੈ ਜੀ। ਜਿਸ ਤਰ੍ਹਾਂ ਕੱਲ ਦੀ ਮੀਟਿੰਗ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਕਿ ਜਿਹੜੀ ਬਰੀਫਿੰਗ ਬਾਅਦ ਸੈਂਟਰ ਗਵਰਨਮੈਂਟ ਨੇ ਕੀਤੀ ਹੈ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸਾਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਜਿਹੜੇ ਆ ਆਪਣੇ ਇਤਰਾਜ਼ ਇੱਕ ਦਿਓ ਤੇ ਇੱਕ ਤੁਸੀਂ ਜਿਹੜਾ ਇੱਕ ਸਾਨੂੰ 5 ਮੈਂਬਰੀ ਜਿਹੜੀ ਕਮੇਟੀ ਹੈ, ਅਸੀਂ ਤੁਹਾਡੇ ਕੁਝ ਕਮੇਟੀ ਬਣਾਉਂਦੇ ਆ ਜਿਹੜੀ ਇਹਦੇ ਤੇ ਡਿਸਕਸ ਕਰੇਗੀ, ਤਾਂ ਤੁਸੀਂ ਵੀ ਆਪਣੇ ਕੋਈ 5-4 ਨੁਮਾਇੰਦੇ ਦਿਓ ਜੀ। ਪਰ ਕਿਸਾਨਾਂ ਨੇ ਜਿਹੜੀ ਹੈ ਉਹ ਇੱਕ ਗੱਲ ਸਾਫ਼ ਤੌਰ ਤੇ ਕਹਿਤੀ ਹੈ ਕਿ ਅਸੀਂ ਇਸ ਤੋਂ ਥੱਲੇ ਕਿ ਕਾਨੂੰਨ ਜਿਹੜੇ ਆ ਵਾਪਸ ਲਿੱਤੇ ਜਾਣ ਤੇ ਉਸ ਤੋਂ ਥੱਲੇ ਸਾਡੀ ਕੋਈ ਮਾਨਤਾ ਨਹੀਂ ਹੈ। ਕੁਝ ਅਖਬਾਰਾਂ ਨੇ ਤਾਂ ਬਹੁਤ ਸਾਰੇ ਅਗਾਂਹ ਵੱਧ ਕੇ ਵੀ ਕਿਹਾ ਵੀ ਅਸੀਂ ਬਿਨਾਂ ਕੁਝ ਲਿੱਤੇ, ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਅਗਰ ਲਾਠੀ ਗੋਲੀ ਵੀ ਖਾਣੀ ਪਵੇਗੀ ਤੇ ਅਸੀਂ ਉਹਦੇ ਲਈ ਵੀ ਤਿਆਰ ਹਾਂ। ਜਦੋਂ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਤਾਂ ਫਿਰ ਕਿਤੇ ਨਾ ਇਹਦਾ ਇੱਕ ਐਸਾ ਪਹਿਲੂ ਜਾ ਰਿਹਾ, ਐਸਾ ਇੱਕ ਪ੍ਰਭਾਵ ਜਾ ਰਿਹਾ ਕਿ ਇਹ ਜਿਹੜਾ ਅੰਦੋਲਨ ਹੈ ਇਹ ਹੌਲੀ ਹੌਲੀ, ਸ਼ੁਰੂ ਤੋਂ ਤਾਂ ਵੈਸੇ ਸ਼ੰਕਾਵਾਂ ਵਿਅਕਤ ਕੀਤੀਆਂ ਜਾ ਰਹੀਆਂ ਸੀ, ਤਾਂ ਇਹ ਹੌਲੀ ਹੌਲੀ ਮੈਨੂੰ ਲੱਗਦਾ ਕਿ ਇਹ ਪੋਲੀਟੀਸਾਈਜ਼ ਜਿਹੜਾ ਇਹਦਾ ਹੋਣ ਵਾਲਾ ਪਹਿਲੂ ਹੈ ਉਹ ਵੱਧਦਾ ਜਾ ਰਿਹਾ। ਔਰ ਜਿਹੜਾ ਕੇਂਦਰ ਦੀ ਸਰਕਾਰ ਨੂੰ ਵੀ ਅੱਜ ਜਿਹੜੀ ਸਥਿਤੀ ਹੈ, ਇੱਕ ਬੜਾ ਵੱਡੀ ਗੱਲ ਉੱਭਰ ਕੇ ਆ ਰਹੀ ਹੈ ਕਿ ਕਿਸਾਨਾਂ ਦੀ ਗੱਲ ਨਾ ਸੁਣੀ ਜਾਣੀ ਇੱਕ ਬੜੀ ਮਤਲਬ ਅਣਸੁਖਾਵੀਂ ਗੱਲ ਕੀਤੀ ਜਾ ਸਕਦੀ ਕਿ ਹਲੇ ਤੱਕ ਸੁਣੀ ਨਹੀਂ ਸੀ ਗਈ। ਪਰ ਇਹਦੇ ਨਾਲ ਇੱਕ ਵੱਡੀ ਗੱਲ ਹੋਰ ਉੱਭਰ ਕੇ ਆ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਇਹ ਗੱਲ ਸਵਾਲ ਉੱਠ ਰਹੇ ਹੈ ਵੀ ਕਿਸਾਨਾਂ ਨੇ ਐਸੀ ਡਿਮਾਂਡ ਕਿਦੋਂ ਕੀਤੀ ਸੀ ਕਿ ਇਹ ਕਾਨੂੰਨ ਜਿਹੜੇ ਆ ਸਾਡੇ ਹੱਕ ਦੇ ਬਣਾਏ ਜਾਣ। ਤਾਂ ਇੱਕ ਜਿਹੜਾ ਅਸੀਂ ਸਧਾਰਨ ਤੌਰ ਤੇ ਇਹਨੂੰ ਦੇਖਦੇ ਹਾਂ ਤਾਂ ਇੱਕ ਸੁਭਾਵਿਕ ਤੌਰ ਤੇ ਗੱਲ ਆਉਂਦੀ ਹੈ ਵੀ ਜਿਹਦੇ ਹੱਕ ਦੇ ਵਿੱਚ ਕਾਨੂੰਨ ਬਣਾਏ ਗਏ ਆ, ਜਿਹਦੀ ਅਪਲਿਫਟਮੈਂਟ ਲਈ ਕਾਨੂੰਨ ਬਣਾਏ ਗਏ ਆ, ਉਹ ਕਹਿੰਦਾ ਮੈਨੂੰ ਤਾਂ ਇਹਦੀ ਲੋੜ ਹੀ ਨਹੀਂ ਹੈਗੀ। ਸੋ ਇਹ ਵੀ ਇੱਕ ਬੜਾ ਵੱਡਾ ਸਵਾਲ ਉੱਠ ਕੇ ਆਇਆ ਕਿ ਕਿਸਾਨ ਇਹ ਕਹਿ ਰਿਹਾ ਕਿ ਸਾਨੂੰ ਤਾਂ ਇਹਦੀ ਜ਼ਰੂਰਤ ਹੀ ਨਹੀਂ ਸੀ। ਫਿਰ ਇਹ ਵੀ ਪੁੱਛਿਆ ਗਿਆ ਉਹਨਾਂ ਕੋਲ ਵੀ ਇਹ ਕਿਸ ਵੇਲੇ ਜਿਹੜਾ ਹੈਗਾ ਇਹ ਕਿਸਾਨਾਂ ਦੇ ਕਿਸੇ ਅੰਦੋਲਨ 'ਚ ਗੱਲ ਉੱਠੀ ਕਿ ਸਾਡਾ ਇਸ ਕਿਸਮ ਦੇ ਕਾਨੂੰਨ ਲਿਆ ਕੇ ਸਾਡਾ ਸੁਧਾਰ ਕੀਤਾ ਜਾਵੇ। ਹਾਲਾਂਕਿ ਜਿਹੜੀ ਕੇਂਦਰ ਦੀ ਸਰਕਾਰ ਉਹ ਇਹ ਕਹਿੰਦੀ ਹੈ ਵੀ ਜਿਹੜੀ ਕਿਸਾਨ ਆਯੋਗ ਹੈ ਉਹਨੇ ਇਹਦੀ ਸਿਫਾਰਿਸ਼ ਕੀਤੀ ਸੀ, ਪਰ ਉਹ ਇਸ ਗੱਲ ਦੇ ਉੱਤੇ ਸਪਸ਼ਟੀਕਰਨ ਨਹੀਂ ਦੇ ਰਹੀ ਕਿ ਕਿਸਾਨ ਆਯੋਗ ਨੇ ਵੀ ਕਿਸਾਨਾਂ ਦੀ ਕਿਹੜੀ ਮੰਗ ਦੇ ਉੱਤੇ ਜਿਹੜੀ ਲੈ ਕੇ ਇਸ ਗੱਲ ਵੱਲ ਤੁਰਿਆ ਸੀ। ਸੋ ਇਸ ਕਰਕੇ ਜਿਹੜੇ ਬੜੇ ਖਦਸ਼ੇ ਪੈਦਾ ਹੋ ਗਏ ਇਸ ਕਾਨੂੰਨ ਨੂੰ। ਹਾਲਾਂਕਿ ਬੇਸ਼ੱਕ ਕੇਂਦਰ ਸਰਕਾਰ ਹੈ ਜਿਹੜੀ ਉਹਦਾ ਸਿਧਾਂਤਕ ਤੌਰ ਤੇ ਇਹਨੂੰ ਠੀਕ ਮੰਨਦੀ ਹੋਵੇ ਕਿ ਅਸੀਂ, ਪਰ ਦੂਸਰੇ ਪਾਸੇ ਇਹ ਹੈ ਕਿ ਜਿਹੜਾ ਇਹਦਾ ਰਾਜਨੀਤੀਕਰਨ ਹੋਣਾ ਜਾ ਰਿਹਾ, ਮੈਨੂੰ ਲੱਗਦਾ ਵੀ ਸਰਕਾਰ ਵੀ ਇਸੇ ਕਿਸੇ ਦਬਾਅ ਜਾ ਕੇ ਇਹਦਾ ਰਾਜਨੀਤੀਕਰਨ ਹੋ ਰਿਹਾ ਔਰ ਸਰਕਾਰ ਨੂੰ ਲੱਗਦਾ ਕਿ ਵੀ ਅਸੀਂ ਦੂਸਰੇ ਪਾਸੇ ਜਿਹੜਾ ਹੈ ਵੀ ਇਹ ਜਿਹੜਾ ਰਾਜਨੀਤੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਗੱਲ ਰਾਜਨੀਤੀ ਦੇ ਦਾਇਰੇ 'ਚ ਜ਼ਿਆਦਾ ਫਸ ਗਈ ਹੈ, ਪਰ ਫਸਣੀ ਨਹੀਂ ਚਾਹੀਦੀ। ਕਿਸਾਨ ਅੰਦੋਲਨ ਦੇ ਨਾਲ ਨਾਲ ਇਹਦਾ ਜਿਹੜਾ ਤੁਹਾਨੂੰ ਜ਼ਿਕਰ ਕੀਤਾ ਕਿ ਰਾਜਨੀਤਿਕ ਪੱਖ ਜਿੱਦਾਂ ਵੱਧ ਰਿਹਾ, ਜਿਸ ਤਰ੍ਹਾਂ ਹੁਣ ਹਰਿਆਣੇ ਦੇ ਵਿੱਚ ਸਾਡੀ ਕੱਲ੍ਹ ਸਰਕਾਰ ਹੈ BJP ਔਰ ਜਿਹੜੀ ਰੂਲਿੰਗ ਪਾਰਟੀ ਹੈ ਸੈਂਟਰ ਵਿੱਚ ਵੀ, ਉਹਦੇ ਨਾਲ JJP ਕਰਕੇ ਜਨ ਨਾਇਕ ਜਨਤਾ ਪਾਰਟੀ ਹੈ, ਉਹਨਾਂ ਨੇ ਵੀ ਐਸੇ ਸੰਕੇਤ ਦਿੱਤੇ ਆ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਲਈ ਇਹ ਸਰਕਾਰ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ, ਕਿਉਂਕਿ ਉਹਨਾਂ ਨੇ ਵੀ ਇੱਕ MLA ਨੇ ਕਿਹਾ ਵੀ ਇਹ ਜਿਹੜੀ ਗੱਲ ਹੈ ਇਹ ਛੇਤੀ ਤੋਂ ਛੇਤੀ ਸੁਲਝਣੀ ਚਾਹੀਦੀ ਹੈ। ਉੱਥੇ ਇੱਕ ਇੰਡੀਪੈਂਡੈਂਟ ਜਿਹੜਾ MLA ਸੀ ਜਿਹੜਾ ਇਸ ਸਰਕਾਰ ਨੂੰ ਸਪੋਰਟ ਕਰ ਰਿਹਾ ਸੀ, ਉਹਨੇ ਉਹ ਸਪੋਰਟ ਵਾਪਸ ਲੈ ਲਈ ਹੈ। ਉਹਨੇ ਕਿਹਾ ਵੀ ਕਿਸਾਨਾਂ ਦੇ ਨਾਲ ਇਹ ਠੀਕ ਨਹੀਂ ਹੋ ਰਿਹਾ। ਇਸੇ ਤਰ੍ਹਾਂ ਸਟੂਡੈਂਟ ਬਹੁਤ ਵੱਡੀ ਤਾਕਤ ਦੇ ਵਿੱਚ ਉੱਥੇ ਜਾ ਪਹੁੰਚੇ ਆ। ਸੋ ਇਹ ਜਿਹੜਾ ਅੰਦੋਲਨ ਹੈ ਉਹਨਾਂ ਮੈਨੂੰ ਇੱਕ ਗੱਲ ਮੇਰੇ ਧਿਆਨ 'ਚ ਹੋਰ ਆਉਂਦੀ ਹੈ ਕਿ ਕੇਂਦਰ ਸਰਕਾਰ ਕਿੱਥੇ ਇਹ ਸਮਝਣ 'ਚ ਅਸਫਲ ਰਹੀ ਕਿ ਕਿਸਾਨਾਂ ਦਾ ਇਹ ਅੰਦੋਲਨ ਐਡਾ ਵੱਡਾ ਬਣ ਜਾਏਗਾ ਕਿ ਦਿੱਲੀ ਦੀ ਦੀਵਾਰ ਤੇ ਆ ਕੇ ਉਹ ਸਾਰਾ ਕੁਝ ਰੋਕ ਦੇਣਗੇ। ਇੱਕ ਬੜਾ ਲੰਬਾ ਪੀਰੀਅਡ ਹੈ ਇਹਦੇ ਵਿੱਚ। ਇੱਕ ਆਰਡੀਨੈਂਸ ਆਏ, ਜਿਸ ਵੇਲੇ ਸਰਕਾਰ ਆਰਡੀਨੈਂਸ ਲਈ ਪਹਿਲਾਂ
ਇਹਦਾ ਵਿਰੋਧ ਉਦੋਂ ਹੀ ਸ਼ੁਰੂ ਹੋ ਗਿਆ ਉਦੋਂ ਹੀ ਜਦੋਂ ਸ਼ੁਰੂ ਹੋ ਆਏ ਗਿਆ ਸੀ। ਸੀ, ਪਰ ਹਾਂਜੀ। ਫਿਰ ਉਹ ਲਾਅ ਬਣ ਗਿਆ, ਲਾਅ ਤੋਂ ਬਾਅਦ ਵਿਰੋਧ ਹੌਲੀ ਹੌਲੀ ਤੇਜ਼ ਹੁੰਦਾ ਗਿਆ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਰਕਾਰ ਦਾ ਫੇਲਿਅਰ ਕਿੱਥੇ ਹੈ, ਕਿ ਸਰਕਾਰ ਨੂੰ ਇਹ ਨਹੀਂ ਸਮਝ ਆਈ ਕਿ ਇਹ ਅੰਦੋਲਨ ਜਿਹੜਾ ਅਗਰ ਉੱਥੋਂ ਉੱਠ ਕੇ ਦਿੱਲੀ ਪਹੁੰਚ ਜਾਂਦਾ ਹੈ ਤੇ ਪੂਰੇ ਮੁਲਕ ਲਈ ਕਿੰਨੀ ਵੱਡੀ ਮੁਸ਼ਕਲ ਖੜੀ ਹੋਏਗੀ, ਜਿਹੜੀ ਸਾਹਮਣੇ ਆ ਗਈ ਹੈ। ਤੁਸੀਂ ਦੇਖੋ ਕਿ ਕਿਸਾਨ ਅੰਦੋਲਨ ਦੀ ਵਜ੍ਹਾ ਦੇ ਨਾਲ, ਕਿਉਂਕਿ ਹੁਣ ਕਿਸਾਨ ਉੱਥੇ ਡਟੇ ਆ, ਉਹ ਕਹਿੰਦੇ ਅਸੀਂ ਦਿੱਲੀ ਚੋਂ ਨਾ ਕਿਸੇ ਨੂੰ ਬਾਹਰ ਆਉਣ ਦੇਣਾ, ਨਾ ਕਿਸੇ ਨੂੰ ਅੰਦਰ ਜਾਣ ਦੇਣਾ, ਤੇ ਇਹਦਾ ਅਸਰ ਬੜੀ ਵੱਡੇ ਤੇ ਜਿਹੜੀਆਂ 에ਅਰਲਾਈਨਸ ਨੇ ਬਹੁਤ ਸਾਰੇ ਕਿਰਾਏ ਵਧਾ ਦਿੱਤੇ ਇਹਦੇ ਨਾਲ। ਇਸੇ ਤਰ੍ਹਾਂ ਜ਼ਰੂਰਤ ਦੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ। ਸੋ ਇਹ ਹੁਣ ਜਿਹੜਾ ਟਕਰਾਵ ਹੈ, ਇਹਦੀ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਖਤਮ ਹੋਏਗਾ। ਪਰ ਜਿੱਥੇ ਆਪਾਂ ਖੜੇ ਹਾਂ, ਜਿਹੜੀ ਸਥਿਤੀ ਇਸ ਵੇਲੇ ਦਿਖ ਰਹੀ ਹੈ, ਉਹਦੇ 'ਚ ਬੇਸ਼ੱਕ ਕੱਲ੍ਹ ਇੱਕ ਮੀਟਿੰਗ ਹੋਣ ਜਾ ਰਹੀ ਹੈ, ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਤਾਂ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਹੁਣ ਜਿਹੜਾ ਨਾ ਸਹਾਨੂਭੂਤੀ ਦੇ ਤੌਰ ਦੇ ਉੱਤੇ ਜਿਹੜਾ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੀਆਂ ਕੋਸ਼ਿਸ਼ਾਂ ਐਸੀਆਂ ਵੀ ਹੋ ਰਹੀਆਂ ਕਿ ਇਹਨੂੰ ਇੰਟਰਨੈਸ਼ਨਲਾਈਜ਼ ਕੀਤਾ ਜਾਵੇ। ਐਸੀਆਂ ਵੀ ਕੋਸ਼ਿਸ਼ਾਂ ਚੱਲ ਰਹੀਆਂ। ਸੋ ਕਿਸਾਨ ਅੰਦੋਲਨ ਜਿੱਥੇ ਆ ਖੜਾ ਹੋਇਆ, ਉੱਥੇ ਸਰਕਾਰ ਲਈ ਮੈਨੂੰ ਲੱਗਦਾ ਕਿ ਕੇਂਦਰ ਦੀ ਸਰਕਾਰ ਲਈ ਇੱਕ ਵੱਡੀ ਸਮੱਸਿਆ ਦੇ ਤੌਰ ਤੇ ਖੜਾ ਹੈ, ਕਿਉਂਕਿ ਜੇ ਸਰਕਾਰ ਕਿਸੇ ਈਗੋ ਦਾ ਸ਼ਿਕਾਰ ਹੈ ਤਾਂ ਵੀ ਉਹਦੇ ਲਈ ਸਮੱਸਿਆ ਹੈ। ਔਰ ਅਗਰ ਸਰਕਾਰ ਇਹ ਹਾਲੇ ਤੱਕ ਦਾ, ਵੈਸੇ ਪ੍ਰਧਾਨ ਮੰਤਰੀ ਜੀ ਨੇ ਕਿਸਾਨਾਂ ਨਾਲ ਮੀਟਿੰਗ ਤੈਅ ਹੋਣ ਤੋਂ ਪਹਿਲਾਂ ਬਨਾਰਸ ਦੇ ਵਿੱਚ ਜਿਹੜੀ ਕਾਸ਼ੀ ਦੇ ਵਿੱਚ ਉਹਨਾਂ ਨੇ ਉਸੇ ਦਿਨ ਉੱਥੋਂ ਇਹ ਲੱਗਦਾ ਵੀ ਜਿੱਦਾਂ ਉਹਨਾਂ ਨੇ ਕਿਹਾ ਕਿ ਨਹੀਂ, ਇਹ ਕਾਨੂੰਨ ਜਿਹੜੇ ਕਿਸਾਨਾਂ ਦੇ ਹੱਕ 'ਚ ਨੇ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ, ਕੁਝ ਐਸੇ ਲੋਕ ਨੇ ਜਿਹੜੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਉੱਥੋਂ ਲੱਗਦਾ ਕਿ ਪ੍ਰਧਾਨ ਮੰਤਰੀ ਹਲੇ ਵੀ ਉੱਥੇ ਬਜਿੱਦ ਨੇ ਕਿ ਨਹੀਂ, ਇਹ ਕਾਨੂੰਨ ਬਦਲੇ ਨਹੀਂ ਜਾਣੇ। ਸੋ ਇਹ ਜਿਹੜਾ ਡੈਡਲੌਕ ਖੁੱਲਦਾ ਦਿਖ ਰਿਹਾ, ਜਦੋਂ ਅਸੀਂ ਇਹ ਬਿਆਨਾਂ ਦੀ ਸਮੀਖਿਆ ਕਰਦੇ ਹਾਂ ਦੋਨੋਂ ਪਾਸਿਆਂ ਦੀ, ਤਾਂ ਫਿਰ ਲੱਗਦਾ ਕਿ ਨਹੀਂ, ਇਹ ਡੈਡਲੌਕ ਹਲੇ ਫਿਰ ਉੱਥੇ ਆ ਖੜਾ ਹੋਇਆ। ਪਰ ਸਾਨੂੰ ਇਹ ਜਿਹੜੀ ਮੁਲਕ ਨੂੰ ਇਸ ਵੇਲੇ ਲੱਗਦਾ ਕਿ ਇਹਦਾ ਕੋਈ ਸੁਖਾਵਾਂ ਹੱਲ ਕੱਢ ਕੇ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਉਹਨੂੰ ਕੋਈ ਸੌਫਟ ਵੇ ਦੇ ਵਿੱਚ ਜਿਹੜਾ ਮਤਲਬ ਉਹਨਾਂ ਦਾ ਸੌਫਟ ਵੇ ਅਪਣਾਇਆ ਜਾਵੇ ਤੇ ਕੋਈ ਨਾ ਕੋਈ ਰਸਤਾ ਕੱਢਿਆ ਜਾਵੇ, ਤਾਂ ਕਿ ਮੁਲਕ ਜਿੱਦਾਂ ਇਹਦੇ ਨਾਲ ਰੁਕਦਾ ਜਾ ਰਿਹਾ, ਗਤੀ ਰੁਕਦੀ ਜਾ ਰਹੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਦਾ ਜਿਹੜਾ ਮੁਸ਼ਕਲ ਉਹਦਾ ਹੱਲ ਕੱਢਿਆ ਜਾਵੇ। ਜੀ ਰਾਕੇਸ਼ ਜੀ, ਤੁਸੀਂ ਇਸੇ ਮੁੱਦੇ ਦੇ ਅੰਤਰਰਾਸ਼ਟਰੀਕਰਨ ਦੀ ਗੱਲ ਕਹੀ ਹੈ ਕਿ ਕੋਸ਼ਿਸ਼ਾਂ ਹੋ ਰਹੀਆਂ ਨੇ, ਪਰ ਅਗਲੀ ਜਿਹੜੀ ਖਬਰ ਹੈ ਉਹ ਵੀ ਇਸੇ ਨਾਲ ਹੀ ਕੁਝ ਜੁੜੀ ਹੋਈ ਹੈ, ਕਿਉਂਕਿ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਹੈ ਤੇ ਭਾਰਤ ਨੇ ਇੱਕ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ ਇਸ ਬਿਆਨ ਦੇ ਉੱਪਰ ਤੇ ਕਿਹਾ ਹੈ ਕਿ ਇਹ ਭਾਰਤ ਦਾ ਆਂਤਰਿਕ ਮਾਮਲਾ ਹੈ। ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਦੇਖੋ, ਜਸਟਿਨ ਟਰੂਡੋ ਦਾ ਬਿਆਨ ਆਇਆ ਕਿ ਜਿਹੜਾ ਕੈਨੇਡਾ ਜਿਹੜਾ ਹੈਗਾ, ਉਹ ਜਿਹੜਾ ਸ਼ਾਂਤੀਪੂਰਨ ਜਿੰਨੇ ਵੀ ਰਾਈਟ ਟੂ ਐਕਸਪ੍ਰੈਸ਼ਨ ਦੇ ਤਹਿਤ ਜਿਹੜਾ ਮਤਲਬ ਹਿਊਮਨ ਰਾਈਟਸ ਹੈ, ਫੰਡਾਮੈਂਟਲ ਰਾਈਟਸ ਹੈ, ਉਹਦੇ ਤਹਿਤ ਦੁਨੀਆ 'ਚ ਕਿਤੇ ਵੀ ਕੋਈ ਐਸੇ ਰੋਸ ਪ੍ਰਦਰਸ਼ਨ ਜਾਂ ਐਸੀ ਪ੍ਰੋਟੈਸਟ ਹੁੰਦੇ ਨੇ, ਕੈਨੇਡਾ ਉਹਨਾਂ ਨੂੰ ਸਪੋਰਟ ਕਰਦਾ ਹੈ। ਔਰ ਉਹਦੇ ਨਾਲ ਹੀ ਭਾਰਤ ਦੇ ਵਿੱਚ ਜਿਹੜਾ ਚੱਲ ਰਿਹਾ ਉਹਦੇ ਉੱਤੇ ਚਿੰਤਾ ਵੀ ਜਤਾਈ। ਦੇਖੋ, ਇਹ ਵੈਸੇ ਜਿਹੜੀ ਸਾਡੀ ਸਰਕਾਰ ਦਾ ਜਿਹੜਾ ਇਤਰਾਜ਼ ਹੈ, ਮੈਂ ਉਹ ਕਹਾਂਗਾ ਕਿ ਉਹ ਠੀਕ ਇਤਰਾਜ਼ ਹੈਗਾ, ਕਿਉਂਕਿ ਜਸਟਿਨ ਟਰੂਡੋ ਇਹ ਤਾਂ ਕਹਿ ਸਕਦੇ ਆ ਵੀ ਦੁਨੀਆ ਦੇ ਵਿੱਚ ਕਿਤੇ ਵੀ ਜਿਹੜੇ ਪ੍ਰੋਟੈਸਟ ਹੋਣ, ਸ਼ਾਂਤੀਮਈ ਜਿਹੜੇ ਹੋਣ, ਉਹ ਇੱਕ ਫੰਡਾਮੈਂਟਲ ਰਾਈਟ ਦੇ ਤਹਿਤ ਹੈ, ਔਰ ਜਿਹੜਾ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਕੈਨੇਡਾ ਉਹਨਾਂ ਨੂੰ ਚਾਹੁੰਦਾ ਕਿ ਐਸਾ ਹੋਵੇ। ਪਰ ਨਾਲ ਹੀ ਉਹਦਾ ਇਹ ਕਹਿਣਾ ਕਿ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਬੜਾ ਚਿੰਤਾਜਨਕ ਹੈ। ਇਹ ਲੱਗਦਾ ਵੀ ਕੈਨੇਡਾ ਦੇ ਵਿੱਚ ਜਿਹੜੀ ਪੰਜਾਬ ਦੇ ਲੋਕਾਂ ਦੀ ਬਹੁਤਾਇਤ ਹੈ, ਉਹ ਜਸਟਿਨ ਟਰੂਡੋ ਦੀ ਜਿਹੜੀ ਹੈ ਉਹ ਪੋਲੀਟੀਕਲ ਜ਼ਰੂਰਤ ਹੈ। ਹਾਲੇ ਕਿ ਇਕੱਲੇ ਜਸਟਿਨ ਟਰੂਡੋ ਨੇ ਨਹੀਂ ਕਿਹਾ, ਸਾਡੇ ਇੰਗਲੈਂਡ ਦੇ ਵਿੱਚ ਵੀ ਜਿਹੜੇ ਸਾਡੇ ਪੰਜਾਬੀ ਮੂਲ ਦੇ ਜਿਹੜੇ ਐਮਪੀਸ ਨੇ, ਈਵਨ ਅਮਰੀਕਾ ਦੇ ਵਿੱਚ ਵੀ ਨੇ, ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਬਈ ਇਹ ਬੜਾ ਚਿੰਤਾਜਨਕ ਹੈ ਕਿ ਜਿਹੜਾ ਕਿਸਾਨਾਂ ਦਾ, ਉਹਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਜਿਹੜੀਆਂ ਗੱਲਾਂ ਛੇਤੀ ਤੋਂ ਛੇਤੀ ਮੰਨੀਆਂ ਜਾਣ। ਅੱਛਾ, ਉੱਥੇ ਵੀ ਅਸੀਂ ਇਹ ਗੱਲ ਕਰਦੇ ਹਾਂ ਕਿ ਜਦੋਂ ਉਹ ਪੰਜਾਬੀ ਮੂਲ ਦੇ ਨੇ, ਕਿਤੇ ਨਾ ਕਿਤੇ ਇਸ ਧਰਤੀ ਨਾਲ, ਭਾਰਤ ਦੀ ਨਾਲ ਉਹ ਜੁੜੇ ਹੋਏ ਨੇ, ਤਾਂ ਉਹਨਾਂ ਦਾ ਉਸ ਪਹਿਲੂ ਦੇ ਨਾਲ ਚਿੰਤਾ ਵਿਅਕਤ ਕਰਨਾ ਤਾਂ ਸਹੀ ਠਹਿਰਾਇਆ ਜਾ ਸਕਦਾ, ਕਿਉਂਕਿ ਉਹਨਾਂ ਦਾ ਮੁਲਕ ਹੈ, ਉਹਨਾਂ ਦੀ ਧਰਤੀ ਹੈ, ਉਹਨਾਂ ਦੇ ਕਿਸਾਨ ਹੈ, ਉੱਥੇ ਉਹਨਾਂ ਨੂੰ ਲੱਗ ਸਕਦਾ ਵੀ ਉਹ ਉਸ ਪੱਖ ਤੋਂ ਅਗਰ ਉਹ ਗੱਲ ਕਰਦੇ ਆ। ਪਰ ਜੇ ਇਹਨੂੰ ਅਸੀਂ ਉਹ ਸਰਕਾਰੀ ਤੌਰ ਤੇ ਲਈਏ ਕਿ ਉੱਥੇ ਦੇ ਸਰਕਾਰਾਂ ਦੇ ਤੌਰ ਤੇ ਕੀਤਾ ਜਾ ਰਿਹਾ, ਤੇ ਫਿਰ ਇਹਨੂੰ ਇਹ ਮੰਨਿਆ ਹੀ ਜਾਏਗਾ ਕਿ ਇਹ ਭਾਰਤ ਦੇ ਜਿਹੜੇ ਇੰਟਰਨਲ ਮੈਟਰਸ ਹੈ ਉਹਦੇ ਵਿੱਚ ਉਹਨਾਂ ਰਿਐਕਟ ਕਰਕੇ ਫਿਰ ਇਹਦਾ ਜਿਹੜਾ ਖਦਸ਼ਾ ਜਿਹੜਾ ਸਾਡੀ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਇਹਨੂੰ ਕਿਤੇ ਨਾ ਕਿਤੇ ਕਮਾਂਡ ਕੀਤਾ ਜਾ ਰਿਹਾ, ਤਾਂ ਫਿਰ ਇਹ ਖਦਸ਼ਾ ਹੋਰ ਵੱਧ ਜਾਂਦਾ ਕਿ ਕਿਤੇ ਨਾ ਕਿਤੇ ਵਾਕਈ ਇਹਦੀ ਤਾਰ ਕਿਤੇ ਐਸੀ ਜਗ੍ਹਾ ਜੁੜੀ ਹੈ ਜਿੱਥੋਂ ਇਸ ਅੰਦੋਲਨ ਨੂੰ ਸਰਕਾਰ ਦੇ ਖਿਲਾਫ ਜਿਹੜਾ ਵਰਤਿਆ ਜਾ ਰਿਹਾ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਸਾਡੀ ਭਾਰਤ ਦੀ ਸਰਕਾਰ ਨੇ ਜਿਹੜਾ ਇਹਦਾ ਵਿਰੋਧ ਦਰਜ ਕੀਤਾ, ਇਹ ਜਾਇਜ਼ ਹੈਗਾ, ਕਿਉਂਕਿ ਸਾਡੀ ਇੰਟਰਨਲ ਸਾਡੀ ਪ੍ਰੋਬਲਮ ਹੈ, ਤੇ ਇਸ ਕਰਕੇ ਭਾਰਤ ਸਰਕਾਰ ਦੇ ਇਸ ਜਿਹੜਾ ਇਤਰਾਜ਼ ਹੈ ਇਹਨੂੰ ਠੀਕ ਠਹਿਰਾਇਆ ਜਾਣਾ ਚਾਹੀਦਾ। ਜੀ, ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਕਰੋਨਾ ਮਹਾਮਾਰੀ ਦੀ। ਕੱਲ ਸਿਹਤ ਮੰਤਰਾਲੇ ਦਾ ਇੱਕ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਸਿਹਤ ਮੰਤਰਾਲੇ ਨੇ ਇਹ ਕਿਹਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਭਾਰਤ ਦੇ ਵਿੱਚ ਹਰ ਕਿਸੇ ਨੂੰ ਕਰੋਨਾ ਵੈਕਸੀਨ ਦਿੱਤੀ ਜਾਏਗੀ। ਉਹ ਕਹਿੰਦੇ ਜੀ ਵੈਕਸੀਨ ਸਿਰਫ ਉਨੀ ਆਬਾਦੀ ਨੂੰ ਦਿੱਤੀ ਜਾਏਗੀ ਜਿਸ ਨਾਲ ਜਿਹੜੀ ਕਰੋਨਾ ਸੰਕਰਮਣ ਦੀ ਤਾਰ ਹੈ ਜਾਂ ਜਿਹੜੀ ਚੇਨ ਹੈ ਉਹ ਟੁੱਟ ਜਾਏ। ਤੇ ਤੁਹਾਡਾ ਕੀ ਕਹਿਣਾ ਇਸ ਬਾਰੇ, ਕਿਸ ਤਰ੍ਹਾਂ ਦੇਖਦੇ ਹੋ ਇਸ ਖਬਰ ਨੂੰ? ਜਿਸ ਕਿਸਮ ਦੀ ਮਹਾਮਾਰੀ ਬਣੀ ਹੈ, ਵੈਕਸੀਨਸ ਆ ਰਹੀਆਂ ਜਗ੍ਹਾ ਜਗ੍ਹਾ ਤੋਂ,
ਇੱਥੋਂ ਤੱਕ ਕਿ ਪਰਸੋਂ ਇੱਕ ਖਬਰ ਸੀਗੀ ਜਿਹੜੀ ਭਾਰਤ ਦੇ ਵਿੱਚ ਵੀ ਬੜੇ ਵੱਡੇ ਪੈਮਾਨੇ ਤੇ ਜਿਹੜੇ ਹੈ ਉਹ ਤਿਆਰੀ ਹੋ ਗਈ ਹੈ। ਜੀ ਬਹੁਤ ਸਾਰੇ ਵੱਡੇ ਕਰੋੜਾਂ ਮਤਲਬ ਸਾਡੀ ਜਿਹੜੀ ਸਾਡੀ ਪਾਪੂਲੇਸ਼ਨ ਦੇ ਲਿਹਾਜ਼ ਨਾਲ ਦੱਸਿਆ ਜਾਏ ਕਿ 100% ਪਾਪੂਲੇਸ਼ਨ ਨੂੰ ਦੇਣ ਲਈ ਜਿਹੜੀ ਹੈ ਉਹਨੇ ਪਤਾ ਨਹੀਂ ਕਿਹੜੇ ਹਵਾਲਿਆਂ ਤੋਂ ਖਬਰਾਂ ਆ ਰਹੀਆਂ ਨੇ, ਔਰ ਉਹਨਾਂ ਨੇ ਕਿਹਾ ਵੀ ਏਅਰ ਕਾਰਗੋਸ ਤਿਆਰ ਹੋ ਗਏ ਨੇ, ਦਲ ਬਣਾ ਦਿੱਤੇ ਗਏ ਨੇ, ਜਿਸ ਵਿਸ਼ੇਸ਼ ਕਿਉਂਕਿ ਕਰੋਨਾ ਇੱਕ ਵਿਸ਼ੇਸ਼ ਦਵਾਈ ਹੋਣੀ, ਕਰੋਨਾ ਜਿਹੜਾ ਵਾਇਰਸ ਨੂੰ ਲੈ ਕੇ ਜਿਹੜੀ ਵੈਕਸੀਨ ਆ ਰਹੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇ ਕਲਾਈਮੇਟ 'ਚ ਉਹਨਾਂ ਨੇ 에ਅਰਲਾਈਨਸ ਦੇ ਜ਼ਰੀਏ ਲਿਆਉਣਾ, ਐਸੀਆਂ ਵੱਡੀਆਂ ਤਿਆਰੀਆਂ ਹੋ ਗਈਆਂ। ਔਰ ਸ਼ੁਰੂ ਤੋਂ ਐਸਾ ਪ੍ਰਭਾਵ ਵੀ ਸੀ ਕਿਉਂਕਿ ਪੋਲੀਟੀਕਲ ਇਸ਼ੂ ਵੀ ਬਣ ਗਿਆ ਸੀ। ਬਿਹਾਰ ਸਰਕਾਰ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਬਿਹਾਰ ਵਾਲਿਆਂ ਨੂੰ ਅਸੀਂ ਜਿਹੜਾ ਕਰੋਨਾ ਵੈਕਸੀਨ ਦੇਵਾਂਗੇ। ਸੋ ਇਹ ਇੱਕ ਅੱਛੀ ਗੱਲ ਹੈ ਕਿ ਭਾਰਤ ਸਰਕਾਰ ਦੇ ਸੈਕਟਰੀ ਨੇ ਜਿਹੜਾ ਉਹਨਾਂ ਦੇ ਜਿਹੜੇ ਸੈਕਟਰੀ ਦੇ ਲੈਵਲ ਤੇ ਉੱਤੇ ਪ੍ਰੈਸ ਕਾਨਫਰੰਸ ਕੱਲ ਹੋਈ ਹੈ ਜਿਹਦੇ 'ਚ ਉਹਨਾਂ ਨੇ ਸਪਸ਼ਟ ਕੀਤਾ ਕਿ ਅਸੀਂ ਜਿਹੜੀ ਹੈ 100% ਕਿਤੇ ਵੀ ਗੱਲ ਨਹੀਂ ਕੀਤੀ ਸਰਕਾਰ ਨੇ ਕਿ ਵੈਕਸੀਨ ਪੋਲੀਟੀਕਲ ਸਟੇਜਸ ਤੋਂ ਹੀ ਇਹਦਾ ਮਤਲਬ ਅੱਜ ਤੱਕ ਦੀ ਗੱਲ ਜਿਹੜੀ ਹੈ ਹੁੰਦੀ ਆਈ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹ ਅੱਛੀ ਗੱਲ ਹੈ ਜਿਹੜਾ ਉਹਨਾਂ ਨੇ ਖੋਲ੍ਹੀ ਹੈ ਵੀ ਅਸੀਂ 50% ਨੂੰ ਦਿਆਂਗੇ। ਨਾਲ ਸਰਕਾਰ ਨੇ ਇੱਕ ਹੋਰ ਗੱਲ ਕਹੀ ਹੈ ਕਿ ਅਸੀਂ ਜਦੋਂ ਤੱਕ ਹੈਲਥ ਜਿਹੜਾ ਡਿਪਾਰਟਮੈਂਟ ਹੈ ਸਾਡੇ ਸਰਕਾਰ ਦਾ ਉਹਨੇ ਕੱਲ੍ਹ ਪ੍ਰੈਸ ਕਾਨਫਰੰਸ ਕਿਹਾ ਕਿ ਅਸੀਂ ਉਨੀ ਦੇਰ ਵੈਕਸੀਨ ਨੂੰ ਲਾਉਣਾ ਵੀ ਸ਼ੁਰੂ ਨਹੀਂ ਕਰਾਂਗੇ ਜਿੰਨੀ ਦੇਰ 100% ਅਸੀਂ ਇਹ ਸ਼ੋਰ ਨਹੀਂ ਹੋ ਜਾਵਾਂਗੇ ਕਿ ਇਹਦੇ ਕੋਈ ਜਿਹੜੇ ਹੈ ਉਹ ਹੋਰ ਇਫੈਕਟ ਡਿਸਇਫੈਕਟ ਜਿਹੜੇ ਹੈ ਉਹ ਨਹੀਂ ਹੈਗੇ। ਫਿਰ ਉਹਨਾਂ ਨੇ ਕਿਹਾ ਸੀ ਇਹਨੂੰ ਇਹ ਸ਼ੁਰੂ ਕਰਾਂਗੇ। ਅੱਛੀ ਗੱਲ ਹੈ, ਸਪਸ਼ਟੀਕਰਨ ਸਭ ਦੇਸ਼ ਦੀ ਜਨਤਾ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਚੇਤੇ ਹੋਣਾ ਚਾਹੀਦਾ ਕਿ ਜਿੱਦਾਂ ਪਰਸੋਂ ਚੌਥ ਦੀ ਖਬਰ ਸੀ ਕਿ ਸੀਰਮ ਜਿਹੜਾ ਇੰਸਟੀਚਿਊਟ ਹੈ ਉਹਦੀ ਜਿਹੜੀ ਟ੍ਰਾਇਲ ਜਿਹੜਾ 3rd ਫੇਜ਼ ਦਾ ਟ੍ਰਾਇਲ ਆ ਉਹਦੇ ਚੇਨਈ ਦੇ ਇੱਕ ਬੰਦੇ ਨੇ ਕਲੇਮ ਕੀਤਾ ਕਿ ਵੀ ਮੈਨੂੰ ਉਹ ਟ੍ਰਾਇਲ ਦੇ ਦੌਰਾਨ ਜਿਹੜਾ ਮੈਂ ਟੀਕਾ ਲਵਾਇਆ ਉਹਦੀ ਮੈਨੂੰ ਮੁਸ਼ਕਲ ਆਈ ਹੈ, ਮੇਰੇ ਜਿਹੜੇ ਮੈਨੂੰ ਐਸਾ ਫੀਲ ਹੋ ਰਿਹਾ ਕਿ ਵੀ ਮੇਰੀ ਬਾਡੀ ਦੇ ਉੱਤੇ ਦਾ ਗਲਤ ਅਸਰ ਪੈ ਰਿਹਾ। ਪਰ ਇਹਦੇ ਬਾਰੇ ਵੀ ਕੱਲ ਜਿਹੜਾ ਹੈਲਥ ਡਿਪਾਰਟਮੈਂਟ ਨੇ ਕਿਹਾ ਕਿ ਇਹ ਜਿਹੜਾ ਹੈਗਾ ਅਗਰ ਇੱਕ ਗੱਲ ਵੀ ਸੱਚੀ ਨਹੀਂ ਮੰਨੀ ਉਹਨਾਂ ਨੇ ਕਿਹਾ ਕਿ ਅਗਰ ਐਸਾ ਹੁੰਦਾ ਤਾਂ ਫਿਰ ਉਹ ਹਸਪੀਟਲਾਈਜ਼ਡ ਹੁੰਦਾ। ਸੋ ਕਰੋਨਾ ਨੂੰ ਲੈ ਕੇ ਨਾਲ ਜਿਹੜੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਜਿਹੜੀ ਤੁਸੀਂ ਜਿੱਦਾਂ ਜ਼ਿਕਰ ਕੀਤਾ ਤੇ ਇਸ ਤਰ੍ਹਾਂ ਜਦੋਂ ਵੈਕਸੀਨ ਆਉਣ ਦੀ ਗੱਲ ਹੋ ਰਹੀ ਹੈ ਤੇ ਉਹਦੇ ਵਿੱਚ ਇਸ ਕਿਸਮ ਦੇ ਸਪਸ਼ਟੀਕਰਨ ਆ ਜਾਣੇ ਜਿਹੜੇ ਹੈ ਉਹ ਜਿਹੜੀ ਦੁਵਿਧਾ 'ਚ ਦੇਸ਼ ਦੀ ਜਨਤਾ ਫਸੀ ਹੈ ਉਹਨੂੰ ਸਪਸ਼ਟ ਹੋਣਾ ਚਾਹੀਦਾ ਕਿ ਕੀ ਹੋਏਗਾ। ਸੋ ਜਿੱਦਾਂ ਕੱਲ੍ਹ ਸੈਕਟਰੀ ਸਾਹਿਬ ਨੇ ਕਿਹਾ ਵੀ ਜਿਹੜੀ ਅਸੀਂ ਕਰੋਨਾ 50% ਦੇ ਕਰੀਬ ਸ਼ਾਇਦ ਉਹਨਾਂ ਨੇ ਤੈਅ ਕੀਤਾ ਔਰ ਇਹ ਵੀ ਕਿਹਾ ਵੀ ਜਿੱਥੇ ਅਸੀਂ ਇੰਨਾ ਚਾਹੁੰਦੇ ਹਾਂ ਕਿ ਉਹਦੀ ਕੜੀ ਟੁੱਟ ਜੇ ਇਸ ਕਿਸਮ ਦੀ ਅਸੀਂ ਕਿਉਂਕਿ ਉਹਦੇ 'ਚ ਫਿਰ ਜਿਹੜੀ ਐਂਟੀਬਾਡੀ ਜਿਹੜੀ ਬਣਨ ਦੇ ਵੀ ਸਿਸਟਮ ਸ਼ੁਰੂ ਹੋ ਜਾਣਗੇ। ਪਰ ਦੂਸਰੇ ਪਾਸੇ ਜਿਹੜਾ ਚੱਲਦਾ ਜਾ ਰਿਹਾ ਕਿ ਹੁਣ ਕਰੋਨਾ ਵੱਧਦਾ ਵੀ ਜਾ ਰਿਹਾ ਸੈਕੰਡ ਫੇਜ਼ 'ਚ ਜਿੱਦਾਂ ਹੁਣ ਸ਼ੰਕਾ ਵਿਅਕਤ ਕੀਤੀ ਜਾ ਰਹੀ ਹੈ ਕਿ ਦਸੰਬਰ 'ਚ ਤੇਜ਼ ਹੋਏਗਾ। ਪੰਜਾਬ ਦੇ ਵਿੱਚ ਵੀ ਇਹਦੀ ਜਿਹੜੀ ਇਸ ਵੇਲੇ ਤੇਜ਼ੀ ਆਏਗੀ। ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਜਿਹੜਾ 84 ਕਿ 87 ਮੌਤਾਂ ਹੋ ਗਈਆਂ ਤਾਂ ਜਿਹੜਾ ਸਾਡੇ ਵੀ 40,000 ਦਾ ਅੰਕੜਾ ਕ੍ਰਾਸ ਕਰ ਰਿਹਾ। ਸੋ ਕਰੋਨਾ ਦੇ ਬਾਰੇ ਜਿਹੜੀ ਹੈ ਹਾਲੇ ਤੱਕ ਸ਼ੁਰੂ ਤੋਂ ਹੀ ਜਦੋਂ ਦੇ ਚੱਲਿਆ ਆ ਰਿਹਾ ਸਾਡੀਆਂ ਸਰਕਾਰਾਂ ਨੇ ਪ੍ਰਬੰਧ ਅੱਛੇ ਕੀਤੇ ਆ ਪਰ ਨਾਲ ਕਨਫਿਊਜ਼ਨ ਵੀ ਬਣੇ ਰਹੇ। ਸੋ ਇਹ ਪਹਿਲੀ ਵਾਰੀ ਹੈ ਵੀ ਜਿਹੜਾ ਸਰਕਾਰ ਨੇ ਅੱਗੇ ਕਨਫਿਊਜ਼ਨ ਕਲੀਅਰ ਕੀਤਾ ਕਿ ਐਸਾ ਨਹੀਂ ਹੋਏਗਾ ਔਰ ਇਹ ਅੱਛਾ ਉਹਨਾਂ ਦਾ ਕਦਮ ਮੰਨਿਆ ਜਾਣਾ ਚਾਹੀਦਾ। ਜੀ ਇਸ ਦੇ ਨਾਲ ਹੀ ਯਾਨੀ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਹੀ ਪੰਜਾਬ ਦੇ ਵਿੱਚ ਵੀ ਰਾਤ ਦਾ ਕਰਫਿਊ ਜਾਰੀ ਹੈ ਤੇ ਇਸ ਕਰਫਿਊ ਦੇ ਦੌਰਾਨ ਹੁਣ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਰਾਤ ਵਾਲੀ ਬੱਸ ਸੇਵਾ ਜਿਹੜੀ ਉਹ ਰੱਦ ਰਹੇਗੀ। ਦੇਖੋ ਆਪਾਂ ਜਦੋਂ ਬਾਰ-ਬਾਰ ਜ਼ਿਕਰ ਕਰ ਰਹੇ ਲੰਬੇ ਸਮੇਂ ਤੋਂ ਕਿਉਂਕਿ ਸਾਡੇ ਇਹਨਾਂ ਜਿਹੜੇ ਨਿਊਜ਼ ਐਨਾਲਿਸਿਸ ਦੇ ਚੈਨਲਸ ਦੇ ਉੱਪਰ ਵੀ ਇਹ ਕਰੋਨਾ ਇੱਕ ਵੱਡਾ ਇਸ਼ੂ ਬਣ ਕੇ ਅਸੀਂ ਰੋਜ਼ ਡਿਸਕਸ ਕਰਦੇ ਹਾਂ। ਇਹਦੇ ਵਿੱਚ ਸ਼ੁਰੂ ਤੋਂ ਇੱਕ ਗੱਲ ਉੱਭਰ ਕੇ ਆ ਰਹੀ ਸੀ ਕਿ ਜਿੰਨੀ ਦੇਰ ਸਰਕਾਰ ਦੇ ਨਿਯਮ ਤੇ ਸਮਾਜ ਦਾ ਉਹਨੂੰ ਮਾਨਤਾ ਦੇਣਾ ਮੰਨਣਾ ਪੂਰੀ ਤਰ੍ਹਾਂ ਜਿੰਨੀ ਦੇਰ ਉਹ ਨਹੀਂ ਹੋਏਗਾ ਉਨੀ ਦੇਰ ਕਰੋਨਾ ਦੀ ਮੁਸ਼ਕਲ 'ਚ ਅਸੀਂ ਫਸੇ ਰਵਾਂਗੇ, ਸੁਖਾਵੇਂ ਨਹੀਂ ਹੋ ਪਾਵਾਂਗੇ, ਤੋਂ ਪਿੱਛਾ ਨਹੀਂ ਛੁਡਾ ਸਕਾਂਗੇ। ਔਰ ਇਹ ਜਿਹੜੀ ਹੁਣ ਦੂਸਰੀ ਫੇਸ ਆਇਆ ਜਿਹਦੇ 'ਚ ਅਸੀਂ ਗੱਲ ਕਰ ਰਹੇ ਹਾਂ ਉਹ ਸਰਕਾਰ ਨੇ ਬੇਸ਼ੱਕ ਰਾਤ ਦਾ ਕਰਫਿਊ ਲਾਇਆ। ਅਸੀਂ ਇਹ ਜ਼ਿਕਰ ਵੀ ਕਰਦੇ ਕਿ ਕਰਫਿਊ ਲਾਉਣਾ ਠੀਕ ਹੈ, ਕਰਫਿਊ ਲਾਉਣ ਤੋਂ ਬਾਅਦ ਬੱਸਾਂ ਨੂੰ ਵੀ ਰੋਕਿਆ ਗਿਆ, ਇਹ ਪ੍ਰੀਵੈਂਟਿਵ ਮੇਜਰ ਲਏ ਗਏ। ਪਰ ਜਿਸ ਵੇਲੇ ਅਸੀਂ ਬਾਜ਼ਾਰਾਂ ਦੇ ਵਿੱਚ ਜਿਹੜੀ ਸਥਿਤੀ ਦੇਖਦੇ ਹਾਂ ਕਿ ਪਿੱਛੇ ਸਾਡੇ ਜਲੰਧਰ ਦੀ ਗੱਲ ਕਰਦੇ ਸੀ ਕਿ ਸੰਡੇ ਬਾਜ਼ਾਰ 'ਚ ਸ਼ਾਇਦ 6 ਇੰਚ ਦਾ ਵੀ ਜਿਹੜਾ 7 ਇੰਚ ਦਾ ਵੀ ਜਿਹੜਾ ਨਹੀਂ ਸੀਗਾ ਉਹ ਫਾਸਲਾ ਹੈਗਾ ਇਸ ਤੋਂ ਲਗਾਤਾਰ ਲੱਗ ਰਿਹਾ 6 ਮੀਟਰ ਦੂਰ। ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਤੇ ਫਿਰ ਐਸੇ ਸਵਾਲ ਉੱਠਦੇ ਆ ਕਿ ਫਿਰ ਰਾਤ ਦੇ ਕਰਫਿਊ ਦਾ ਕੀ ਮੈਨਾ ਬੱਸਾਂ ਨੂੰ ਬੰਦ ਕਰਨ ਦਾ ਕੀ ਮੈਨਾ। ਸੋ ਇਹ ਗੱਲ ਇਹ ਹੈ ਕਿ ਜਿਸ ਵੇਲੇ ਤੱਕ ਸਰਕਾਰ ਨੇ ਜਿਹੜੇ ਨਿਯਮ ਦਿੱਤੇ ਆ ਦੇਖੋ ਅਸੀਂ ਬਹੁਤ ਸਾਰੀਆਂ ਮੌਤਾਂ ਦੇਖੀਆਂ, ਬਹੁਤ ਅਸੀਂ ਇਹਦੀ ਜਿਹੜੀ ਐਕਸਟ੍ਰੀਮ ਜਿਹੜੀ ਸਥਿਤੀ ਹੈ ਉਹ ਅਸੀਂ ਫੇਸ ਕਰ ਚੁੱਕੇ ਹਾਂ ਔਰ ਸੈਕੰਡ ਫੇਜ਼ ਜਿਹਦੀ ਸਾਨੂੰ ਆਸ਼ੰਕਾ ਸੀ ਕਿ ਹੋਏਗਾ ਉਹ ਖਦਸ਼ਾ ਸੀ ਜਿਹੜਾ ਉਹ ਆਣ ਪਹੁੰਚਿਆ ਔਰ ਸਮਾਜ ਹੱਲੇ ਵੀ ਮੰਨ ਨਹੀਂ ਰਿਹਾ। ਸੋ ਆਪਾਂ ਤਾਂ ਇਸ ਮੰਚ ਤੋਂ ਇਹੀ ਕਹਿਣਾ ਚਾਹਾਂਗੇ ਕਿ ਸਰਕਾਰ ਪ੍ਰਬੰਧ ਕਰਦੀ ਹੈ ਔਰ ਪਰ ਉਹ ਪ੍ਰਬੰਧਾਂ ਦਾ ਫਾਇਦਾ ਤਾਂ ਹੀ ਹੈ ਜੇ ਅਸੀਂ ਉਹਨਾਂ ਪ੍ਰਬੰਧਾਂ ਨੂੰ ਉਹਨਾਂ ਨਿਯਮਾਂ ਨੂੰ ਮੰਨੀਏ। ਇਸ ਕਰਕੇ ਮੈਨੂੰ ਲੱਗਦਾ ਕਿ ਸਰਕਾਰ ਤੋਂ ਜ਼ਿਆਦਾ ਇਹ ਜਿਹੜੀ ਡਿਊਟੀ ਹੈ ਇਹ ਸਮਾਜ ਦੀ ਬਣਦੀ ਹੈ ਕਿ ਉਹ ਪ੍ਰੀਵੈਂਟਿਵ ਮੇਜਰਸ ਜਿਹੜੇ ਦੱਸੇ ਗਏ ਆ ਉਹ ਲਵੇ। ਹੁਣ ਬੱਸਾਂ ਬੰਦ ਕੀਤੀਆਂ ਗਈਆਂ ਪਰ ਬੱਸਾਂ ਬੰਦ ਕੀਤੀਆਂ ਗਈਆਂ ਤਾਂ ਕਰਫਿਊ ਵੀ ਲੱਗਾ ਪਰ ਨਾਲ ਜਿਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਜਿਹਨੂੰ ਸਰਕਾਰ ਰੋਕ ਨਹੀਂ ਸਕਦੀ। ਜਿੱਦਾਂ ਕਰਮਚਾਰੀਆਂ ਨੇ ਆਉਣਾ ਜਾਣਾ ਉਹ ਕਾਰਾਂ 'ਚ ਆਉਣਗੇ, ਉਹ 'ਚ 3 ਆਉਣਗੇ 4 ਆਉਣਗੇ। ਇਸ ਕਿਸਮ ਦੀਆਂ ਜਿਹੜੀਆਂ ਹੈਗੀਆਂ ਮੈਨੂੰ ਲੱਗਦਾ ਕਿ ਸਮਾਜ ਨੂੰ ਆਪ ਸਮਝਣਾ ਪੈਣਾ ਕਿ ਕੀ ਹੋਇਆ, ਕੀ ਕੀਤਾ ਜਾ ਸਕਦਾ। ਰਾਤ ਦਾ ਕਰਫਿਊ ਹੈਗਾ ਪਰ ਦਿਨੇ ਲੋਕੀ ਭੀੜਾਂ ਦੇ ਵਿੱਚ ਤੁਰੇ ਫਿਰਦੇ ਆ, ਕੋਈ ਪ੍ਰੀਵੈਂਟਿਵ ਮੇਜਰ ਜਿਹੜੇ ਨਹੀਂ ਲੈ ਰਹੇ। ਸੋ ਮੈਨੂੰ ਲੱਗਦਾ ਕਿ ਸਮਾਜ ਦੀ ਜ਼ਿੰਮੇਵਾਰੀ ਜ਼ਿਆਦਾ ਹੈ, ਯਾਨੀ ਜਨਤਾ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ। ਜੀ ਇਸ ਦੇ ਨਾਲ ਹੀ ਰਾਕੇਸ਼ ਜੀ ਜਿਹੜੀ ਅਗਲੀ ਖਬਰ ਹੈ ਉਹ ਦੱਸਦੀ ਹੈ ਕਿ
ਸੀਬੀਆਈ ਜਿਹੜੀ ਹੈ ਉਹ 2G ਸਪੈਕਟਰਮ ਘੁਟਾਲੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਾਂਚ ਕਰਨ ਦੇ ਲਈ ਉਸਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਪੂਰਾ ਮਾਮਲਾ ਕੀ ਹੈ? ਜਿਹੜਾ 2G ਸਪੈਕਟਰਮ ਘੁਟਾਲਾ ਹੈ ਨਾ, ਜਿਹੜੀ ਪਿਛਲੀਆਂ ਸਰਕਾਰਾਂ ਸੀ, ਜਿਹੜੀਆਂ ਆਪਣੇ ਮੌਨਸੂਨ ਉਹਨਾਂ ਦੀ ਸਰਕਾਰ ਸੀ, ਜੀ। ਉਸ ਦੌਰਾਨ ਇਹ ਇੱਕ ਘੁਟਾਲਾ ਹੋਇਆ ਸੀ। ਇਹ ਬੇਸਿਕਲੀ ਜਿਹੜਾ 2G ਨੈਟਵਰਕ ਹੈ, ਜਦੋਂ ਹੁਣ ਤਾਂ ਅਸੀਂ 4G 5G ਦੇ ਨੇੜੇ ਪਹੁੰਚ ਗਏ ਹਾਂ, ਹਾਂਜੀ, ਤੇ 2G ਦੇ ਵਿੱਚ ਹੋਇਆ ਸੀ ਕਿ ਇਹਦੀ ਜਿਹੜੀ ਨਿਲਾਮੀ ਦੇ ਵਿੱਚ ਬਹੁਤ ਵੱਡੇ ਘੁਟਾਲੇ ਹੋਏ ਆ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਹੈ ਉਹਨੂੰ ਪਾਰਸ਼ੈਲਿਟੀ ਕੀਤੀ ਗਈ ਹੈ, ਨੈਪੋਟਿਜ਼ਮ ਦੇ ਵਿੱਚ ਸਾਰਾ ਕੀਤਾ ਗਿਆ। ਇੱਥੋਂ ਤੱਕ ਕਿ ਭ੍ਰਿਸ਼ਟਾਚਾਰ ਦੇ ਵੀ ਰੋਪ ਲੱਗੇ ਸੀ ਕਿ ਰਿਸ਼ਵਤ ਵੀ ਵੱਡੇ ਪੈਮਾਨੇ ਤੇ ਹੋਈਆਂ। ਹਾਂਜੀ। ਸੋ ਇਹਦੇ ਵਿੱਚ ਉਸ ਵੇਲੇ ਦੇ ਜਿਹੜੇ ਏ ਰਾਜਾ ਕਰਕੇ ਜਿਹੜੇ ਕਮਿਊਨੀਕੇਸ਼ਨ ਮਿਨਿਸਟਰ ਸੀ, ਔਰ ਇੱਕ ਉਹਨਾਂ ਦੀ ਇੱਕ ਸਾਡੇ ਮੈਂਬਰ ਪਾਰਲੀਮੈਂਟ ਸੀ ਏ ਕਾਨੀਮੋਜੀ, ਉਹਨਾਂ ਦੋਨਾਂ ਨੂੰ ਜਿਹੜੀ ਸੀਬੀਆਈ ਦੀ ਟ੍ਰਾਇਲ ਕੋਰਟ ਹੈ ਉਹਨੇ ਬਰੀ ਕਰ ਦਿੱਤਾ ਸੀ। ਇਹ 2017 ਚ ਫੈਸਲਾ ਹੋਇਆ ਸੀ, ਜਿਹਦੇ ਚ ਉਹਨਾਂ ਨੇ ਕਿਹਾ ਸੀ ਬਰੀ ਕਰ ਦਿੱਤਾ ਗਿਆ। ਹਾਂਜੀ। ਇਸ ਫੈਸਲੇ ਨੂੰ ਸੀਬੀਆਈ ਨੇ ਜਿਹੜਾ ਹਾਈ ਕੋਰਟ ਚ ਜਾ ਕੇ ਚੁਣੌਤੀ ਦਿੱਤੀ ਹੈ ਵੀ ਇਹ ਫੈਸਲੇ ਜਿਹੜਾ ਠੀਕ ਨਹੀਂ ਹੋਇਆ। ਸੋ ਇਹ ਜਿਹੜੀ ਐਪਲੀਕੇਸ਼ਨ ਜਿਹੜੀ ਦਿੱਤੀ ਉਹ ਤੇ ਕੱਲ ਹਾਈ ਕੋਰਟ ਨੇ ਕਿਹਾ ਕਿ ਇਹਦੇ ਉੱਤੇ ਜਿਹੜੀ ਹੈ ਜਨਵਰੀ ਦੇ ਵਿੱਚ ਜਾ ਕੇ ਸੁਣਵਾਈ ਕਰੇਗਾ। ਹਾਲਾਂਕਿ ਸੀਬੀਆਈ ਕੋਰਟ ਨੇ ਕਿਹਾ ਵੀ ਇਹਨੂੰ ਜਲਦੀ ਤੋਂ ਜਲਦੀ ਨਿਪਟਾਉਣ ਲਈ, ਕਿਉਂਕਿ ਵੈਸੇ ਵੀ ਮਾਮਲਾ ਬਹੁਤ ਪੁਰਾਣਾ, ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਦਸੰਬਰ ਦੇ ਵਿੱਚ ਜਿਹੜੀ ਹੈ ਇਹ ਸੁਣਵਾਈ ਕਰ ਦਿੱਤੀ ਜਾਵੇ। ਪਰ ਹਾਈ ਕੋਰਟ ਦਿੱਲੀ ਨੇ ਕਿਹਾ ਕਿ ਨਹੀਂ, ਇਹ ਜਿਹੜੀ ਸੁਣਵਾਈ ਹੈ ਅਸੀਂ ਜਨਵਰੀ 'ਚ ਹੀ ਕਰ ਸਕਾਂਗੇ। ਸੋ ਇਹ ਗੱਲ ਪੋਲੀਟੀਕਲ ਲੋਕ ਜਿਹੜੇ ਜਿਸ ਤਰ੍ਹਾਂ ਦੀ ਹੋਇਆ ਕਿ ਮੈਨੂੰ ਲੱਗਦਾ ਕਿ ਸੀਬੀਆਈ ਨੇ ਕੇਸ ਬੜਾ ਸਟਰੋਂਗ ਤਿਆਰ ਕੀਤਾ ਸੀ, ਜਿਹਦੇ ਕਰਕੇ ਸ਼ਾਇਦ ਉਹ ਅਪੀਲ 'ਚ ਜਾ ਰਹੀ ਹੈ ਕਿ ਉਹਨਾਂ ਦੇ ਕੋਲ ਫੈਕਟਸ ਜਿਹੜੇ ਉਹਨਾਂ ਨੇ ਇਕੱਠੇ ਕੀਤੇ ਸੀ, ਉਹਨਾਂ ਨੂੰ ਐਸਾ ਲੱਗਦਾ ਕਿ ਜਿਹੜੀ ਟ੍ਰਾਇਲ ਕੋਰਟ ਸੀ ਥੱਲੇ ਵਾਲੀ, ਉਹਨੇ ਬਹੁਤ ਉਹਦੇ ਨਾਲ ਉਹ ਸੰਤੁਸ਼ਟ ਨਹੀਂ ਹੋਏ, ਇਸ ਕਰਕੇ ਹਾਈ ਕੋਰਟ ਗਏ। ਜੀ, ਇਸ ਦੇ ਨਾਲ ਹੀ ਰਾਕੇਸ਼ ਜੀ ਪ੍ਰੋਗਰਾਮ ਦੇ ਵਿੱਚ ਇਸ ਸਮੇਂ ਘੜੀ ਦੀ ਸੂਈਆਂ ਇਸ਼ਾਰਾ ਕਰ ਚੁੱਕੀਆਂ ਨੇ ਕਿ ਅਲਵਿਦਾ ਕਹਿਣ ਦਾ ਵਕਤ ਹੋ ਚੱਲਿਆ। ਸੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਜੁੜੇ ਰਹੋ ਡੀਡੀ ਪੰਜਾਬੀ ਦੇ ਨਾਲ।